ਅੰਮ੍ਰਿਤਸਰ ਤੋਂ ਦਿੱਲੀ ਜਾਣਾ ਹੈ ਤੇ 7 ਘੰਟਿਆਂ ਦਾ ਸਫ਼ਰ ਦਿਮਾਗ 'ਚ ਆਉਂਦਾ ਹੈ। ਦਿੱਲੀ ਤੋਂ ਕਟਰਾ ਜਾਣਾ ਹੈ ਤੇ 10 ਘੰਟਿਆਂ ਦੀ ਡਰਾਈਵ ਦਾ ਖਿਆਲ ਆਉਂਦਾ ਹੈ। ਪਰ ਹੁਣ ਕੇਂਦਰ ਸਰਕਾਰ 35,000 ਕਰੋੜ ਖਰਚ ਕਰ ਤੁਹਾਡਾ ਇਹ ਸਫ਼ਰ ਛੋਟਾ ਕਰਨ ਜਾ ਰਹੀ ਹੈ। ਦਰਅਸਲ ਦਿੱਲੀ ਅੰਮ੍ਰਿਤਸਰ ਕਟਰਾ ਐਕਸਪ੍ਰੈਸਵੇ ਬਣਨ ਜਾ ਰਿਹਾ ਹੈ, ਜਿੱਥੇ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਮਹਿਜ਼ 4 ਘੰਟਿਆਂ 'ਚ ਦਿੱਲੀ ਤੋਂ ਅੰਮ੍ਰਿਤਸਰ ਪਹੁੰਚਿਆ ਜਾ ਸਕੇਗਾ। ਉੱਥੇ ਹੀ ਕਟਰਾ ਤੱਕ ਦਾ ਸਫ਼ਰ ਮਹਿਜ਼ 6 ਘੰਟਿਆਂ 'ਚ ਪੂਰਾ ਹੋ ਸਕੇਗਾ। ਅਗਲੇ ਕੁਝ ਮਿੰਟਾਂ ਦੀ ਇਸ ਐਕਸਕਲੂਸਿਵ ਰਿਪੋਰਟ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਪੰਜਾਬ 'ਚ ਇਹ ਐਕਸਪ੍ਰੈਸਵੇ ਕਿਵੇਂ ਤੇ ਕਿੱਥੇ ਬਣੇਗਾ, ਪੰਜਾਬ ਦੇ ਲੋਕਾਂ ਨੂੰ ਇਸ ਐਕਸਪ੍ਰੈਸਵੇ ਦਾ ਕੀ ਫਾਇਦਾ ਹੋਏਗਾ, ਦੱਸੇਗੀ ਸਾਡੀ ਇਹ ਖਾਸ ਪੇਸ਼ਕਸ਼। ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਦਿੱਲੀ ਤੋਂ ਬਾਹਰ ਝੱਜਰ ਦੇ ਵਿੱਚ ਜੱਸੂਖੇੜਾ ਇੱਕ ਪਿੰਡ ਹੈ, ਉੱਥੋਂ ਸ਼ੁਰੂ ਹੋਏਗਾ। ਦਰਅਸਲ ਜੱਸੂਖੇੜਾ ਪਿੰਡ ਦੇ ਵਿੱਚ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸਵੇ ਆਲਰੇਡੀ ਬਣਿਆ ਹੈ, ਉਹਦੇ ਨਾਲ ਕਨੈਕਟ ਹੋਏਗਾ। ਇਹ ਹਰਿਆਣਾ ਦੇ ਵਿੱਚ ਕਰੀਬ 130 ਕਿਲੋਮੀਟਰ ਇਹ ਐਕਸਪ੍ਰੈਸਵੇ ਜਾਏਗਾ। ਹਰਿਆਣਾ ਦੇ ਵਿੱਚ ਇਹ ਝੱਜਰ ਤੋਂ ਸ਼ੁਰੂ ਹੋ ਕੇ ਰੋਹਤਕ ਡਿਸਟ੍ਰਿਕਟ, ਥੋੜਾ ਹਿੱਸਾ ਪਾਣੀਪਤ ਦਾ ਵੀ ਲੱਗੇਗਾ, ਥੋੜਾ ਕਰਨਾਲ ਦਾ ਵੀ ਲੱਗੇਗਾ, ਤੇ ਫਿਰ ਕੈਥਲ ਹੁੰਦੇ ਹੋਏ ਇਹ ਪਾਤੜਾ ਦੇ ਵਿੱਚ ਜਾ ਕੇ ਪੰਜਾਬ ਦੇ ਵਿੱਚ ਕਨੈਕਟ ਹੋਏਗਾ। ਇਸ ਪੂਰੇ ਪ੍ਰੋਜੈਕਟ ਦੇ ਵਿੱਚ ਡਾਇਰੈਕਟ ਦਿੱਲੀ ਨਾਲ ਕਨੈਕਟੀਵਿਟੀ KMP ਦੇ ਥਰੂ ਹੀ ਹੋਏਗੀ, ਕਿਉਂਕਿ KMP ਨਾਲ ਕਨੈਕਟ ਹੋ ਕੇ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸ ਨਾਲ ਕਨੈਕਟ ਹੋ ਕੇ ਇਹ ਸਿੱਧਾ ਇਹ ਦਿੱਲੀ ਦੇ ਇੰਦਰਾ ਗਾਂਧੀ 에ਅਰਪੋਰਟ ਨਾਲ ਕਨੈਕਟ ਹੋ ਜਾਏਗਾ। ਦਿੱਲੀ ਤੋਂ ਸ਼ੁਰੂ ਹੁੰਦਾ ਹੋਇਆ ਇਹ ਐਕਸਪ੍ਰੈਸਵੇ ਹਰਿਆਣਾ ਸੂਬੇ ਦੇ ਝੱਜਰ, ਰੋਹਤਕ, ਜੀਂਦ ਵਰਗੇ ਕਈ ਜ਼ਿਲ੍ਹਿਆਂ 'ਚ ਹੋ ਕੇ 180 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਾਤੜਾ ਹਲਕੇ ਦੇ ਪਿੰਡ ਗਲੋਲੀ ਤੋਂ ਪੰਜਾਬ ਦੇ ਵਿੱਚ ਐਂਟਰ ਕਰੇਗਾ। ਹੁਣ ਤੁਹਾਨੂੰ ਇਸੇ ਥਾਂ ਤੋਂ ਪੰਜਾਬ ਦੇ ਵਿੱਚ 277 ਕਿਲੋਮੀਟਰ ਦੇ ਇਸ ਐਕਸਪ੍ਰੈਸਵੇ ਦਾ ਰਸਤਾ ਵਿਸਥਾਰ ਨਾਲ ਸਮਝਾਉਂਦੇ ਹਾਂ। ਇਸ ਸਮੇਂ ਜੋ ਮੈਂ ਖੜਾ ਹਾਂ, ਮੈਂ ਗਲੋਲੀ ਪਿੰਡ ਅਤੇ ਠਰੂਆ ਪਿੰਡ ਦੇ ਬਿਲਕੁਲ ਵਿਚਾਲੇ ਖੜਾ, ਜਿੱਥੋਂ ਇਹ ਐਕਸਪ੍ਰੈਸਵੇ ਹਰਿਆਣੇ ਤੋਂ ਹੁੰਦਾ ਹੋਇਆ ਪੰਜਾਬ 'ਚ ਐਂਟਰ ਕਰੇਗਾ। ਇਹ ਜਿਹੜੇ ਦੋ ਪਿੰਡ ਨੇ, ਇਹ ਦੋ ਪਿੰਡਾਂ ਦੇ ਵਿਚਕਾਰ ਦੀ ਇਹ ਐਕਸਪ੍ਰੈਸਵੇ ਐਂਟਰ ਕਰੇਗਾ ਪੰਜਾਬ ਦੇ ਵਿੱਚ, ਅਤੇ ਫਿਰ ਪੰਜਾਬ ਦੇ ਕਰੀਬ 178 ਪਿੰਡਾਂ ਨੂੰ ਟੱਚ ਕਰੇਗਾ ਅਤੇ ਪੂਰੇ ਪੰਜਾਬ 'ਚੋਂ ਗੁਜ਼ਰੇਗਾ। ਮੈਂ ਇਸ ਸਮੇਂ ਤੁਹਾਨੂੰ ਦਿਖਾ ਵੀ ਦਿੰਦਾ ਕਿ ਜੋ ਇਹਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਸਾਹਮਣੇ ਜੋ ਪੋਲ ਦਿਖਾਉਣ ਦੀ ਮੈਂ ਕੋਸ਼ਿਸ਼ ਕਰਦਾ। ਇਹ ਐਕਸਪ੍ਰੈਸਵੇ ਦਾ ਉਹ ਪੋਲ ਹੈ ਜਿਸ ਨੂੰ ਨਿਸ਼ਾਨਦੇਹੀ ਦੇ ਤੌਰ ਤੇ ਲਗਾਇਆ ਗਿਆ, ਅਤੇ ਇੱਥੋਂ ਹੀ ਐਕਸਪ੍ਰੈਸਵੇ ਜਿਹੜਾ ਗੁਜ਼ਰੇਗਾ। ਹਾਲਾਂਕਿ ਐਕਵਾਇਰ ਕਰਨਾ ਜ਼ਮੀਨ ਨੂੰ ਉਹ ਕੰਮ ਚੱਲ ਰਿਹਾ, ਐਕਵਾਇਰ ਕੀਤੀ ਜਾਏਗੀ ਜ਼ਮੀਨ, ਉਸ ਤੋਂ ਬਾਅਦ ਇਸ ਦਾ ਕੰਮ ਜਿਹੜਾ ਸ਼ੁਰੂ ਹੋਏਗਾ। ਲੇਕਿਨ ਫਿਲਹਾਲ ਮੈਂ ਤੁਹਾਨੂੰ ਇਹ ਗੱਲ ਦੱਸ ਦਿੰਦਾ ਕਿ ਇਹ ਉਹ ਪੰਜਾਬ ਦੇ ਪਹਿਲੇ ਪਿੰਡ ਨੇ ਜਿੱਥੋਂ ਇਹ ਐਕਸਪ੍ਰੈਸਵੇ ਗੁਜ਼ਰੇਗਾ, ਅਤੇ ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਸੁਵਿਧਾ ਹੈ, ਕਿਉਂਕਿ ਅਗਰ ਪੰਜਾਬ ਤੋਂ ਕਿਸੇ ਨੇ ਦਿੱਲੀ ਜਾਣਾ ਜਾਂ ਪੰਜਾਬ ਤੋਂ ਕਿਸੇ ਨੇ ਜੰਮੂ ਜਾਣਾ ਤਾਂ ਉਹਨਾਂ ਲਈ ਇੱਕ ਵੱਡੀ ਸੁਵਿਧਾ ਜ਼ਰੂਰ ਹੈ, ਕਿਉਂਕਿ ਬਹੁਤ ਹੀ ਘੱਟ ਸਮੇਂ ਦੇ ਵਿੱਚ 120 ਦੀ ਸਪੀਡ ਦੇ ਵਿੱਚ ਤੁਸੀਂ ਇੱਕ ਰਾਜ ਤੋਂ ਦੂਜੇ ਰਾਜ ਜਾ ਸਕਦੇ ਹੋ। ਪਟਿਆਲਾ ਤੇ ਪਾਤੜਾ ਹਲਕੇ ਦੇ ਕਈ ਪਿੰਡਾਂ ਨੂੰ ਕਵਰ ਕਰਦੇ ਹੋਏ ਇਹ ਐਕਸਪ੍ਰੈਸਵੇ ਦੜਬਾ ਦੇ ਵੀ ਕਈ ਪਿੰਡਾਂ ਨੂੰ ਕ੍ਰਾਸ ਕਰੇਗਾ, ਜਿਸ ਦੇ ਬਾਅਦ ਇਹ ਐਕਸਪ੍ਰੈਸਵੇ ਭਵਾਨੀਗੜ੍ਹ ਦੇ ਪਿੰਡਾਂ 'ਚ ਪਹੁੰਚੇਗਾ। ਇਸੇ ਥਾਂ ਤੋਂ ਪਟਿਆਲਾ ਸ਼ਹਿਰ ਦੇ ਲੋਕ 45 ਕਿਲੋਮੀਟਰ ਦਾ ਸਫ਼ਰ ਤੈਅ ਕਰ ਇਸ ਐਕਸਪ੍ਰੈਸਵੇ ਤੋਂ ਦਿੱਲੀ ਤੱਕ ਦਾ ਸੌਖਾ ਸਫ਼ਰ ਤੈਅ ਕਰ ਸਕਦੇ ਨੇ। ਇਸ ਸਮੇਂ ਮੈਂ ਗਲੋਲੀ ਪਿੰਡ ਤੋਂ ਠੀਕ 60 ਕਿਲੋਮੀਟਰ ਦੀ ਦੂਰੀ ਤੇ ਝਨੇੜੀ ਪਿੰਡ ਦੇ ਵਿੱਚ ਹੈ। ਝਨੇੜੀ ਪਿੰਡ ਭਵਾਨੀਗੜ੍ਹ ਦਾ ਪਿੰਡ ਹੈ। ਇਹੀ ਉਹ ਜਗ੍ਹਾ ਹੈ ਜਿੱਥੇ ਇਸ ਐਕਸਪ੍ਰੈਸਵੇ ਦਾ ਐਂਟਰੀ ਪੁਆਇੰਟ ਅਤੇ ਐਗਜ਼ਿਟ ਪੁਆਇੰਟ ਬਣੇਗਾ। ਇਸ ਜਗ੍ਹਾ ਤੋਂ ਜੋ ਪਟਿਆਲਾ ਦੇ ਲੋਕ ਹੈ, ਭਵਾਨੀਗੜ੍ਹ ਦੇ ਲੋਕ ਹੈ, ਸੁਨਾਮ ਦੇ ਲੋਕ ਹੈ ਜਾਂ ਫਿਰ ਦਿੜਬਾ ਦੇ ਲੋਕ ਹੈ, ਇਸ ਚਾਰੇ ਸ਼ਹਿਰਾਂ ਦੇ ਲੋਕ ਇੱਥੋਂ ਇਸ ਐਕਸਪ੍ਰੈਸਵੇ ਦੇ ਉੱਤੇ ਚੜ੍ਹ ਸਕਦੇ ਆ ਅਤੇ ਚੜ੍ਹ ਕੇ ਜਾਂ ਅੰਮ੍ਰਿਤਸਰ ਜਾ ਸਕਦੇ ਆ ਜਾਂ ਫਿਰ ਦਿੱਲੀ ਜਾ ਸਕਦੇ ਆ। ਕਟੜਾ ਜਾਣਾ ਤਾਂ ਉਹ ਇਸ ਰੋਡ ਨੂੰ, ਇਸ ਐਕਸਪ੍ਰੈਸਵੇ ਨੂੰ ਜੁਆਇਨ ਕਰ ਸਕਦੇ ਆ, ਅਤੇ ਇਸ ਜਗ੍ਹਾ ਤੇ ਜੋ ਐਂਟਰੀ ਤੇ ਐਗਜ਼ਿਟ ਪੁਆਇੰਟ ਬਣੇਗਾ ਉਸ ਜ਼ਰੀਏ ਕਰੀਬ 2.5 ਘੰਟਿਆਂ ਦੇ ਵਿੱਚ ਦਿੱਲੀ ਤੱਕ ਪਹੁੰਚ ਸਕਦੇ ਨੇ। ਪਟਿਆਲਾ ਦੇ ਨਾਲ ਸੰਗਰੂਰ ਦੇ ਲੋਕਾਂ ਨੂੰ ਵੀ ਇਸ ਐਕਸਪ੍ਰੈਸਵੇ ਦੇ ਨਾਲ ਕਾਫੀ ਫਾਇਦਾ ਹੋਏਗਾ।
ਦੜਬਾ ਭਵਾਨੀਗੜ੍ਹ ਤੋਂ ਇਲਾਵਾ ਨਵਾਂ ਐਕਸਪ੍ਰੈਸਵੇ ਸੁਨਾਮ ਧੂਰੀ ਮਲੇਰਕੋਟਲਾ ਦੇ ਲੋਕਾਂ ਲਈ ਵੀ ਲਾਹੇਵੰਦ ਸਾਬਿਤ ਹੋ ਸਕਦਾ ਹੈ। ਪਟਿਆਲਾ ਦੀ ਤਹਿਸੀਲ ਪਾਤੜਾ ਅਤੇ ਸੰਗਰੂਰ ਦੀ ਤਹਿਸੀਲ ਭਵਾਨੀਗੜ੍ਹ ਦੇ ਕਈ ਪਿੰਡਾਂ ਤੋਂ ਹੁੰਦਾ ਹੋਇਆ ਦਿੱਲੀ ਕਟਰਾ ਐਕਸਪ੍ਰੈਸ ਹਾਈਵੇ ਇਸ ਪੁਆਇੰਟ ਤੇ ਆ ਕੇ ਹੀ ਨਾਭਾ ਮਲੇਰਕੋਟਲਾ ਰੋਡ ਨੂੰ ਕ੍ਰੋਸ ਕਰੇਗਾ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ। ਇਸ ਸਮੇਂ ਅਸੀਂ ਜਿਸ ਰੋਡ ਤੇ ਖੜੇ ਆ ਇਹ ਮਲੇਰਕੋਟਲਾ ਨਾਭਾ ਰੋਡ ਹੈ ਤੇ ਮੇਰੇ ਸੱਜੇ ਪਾਸੇ 28 ਕਿਲੋਮੀਟਰ ਦਾ ਡਿਸਟੈਂਸ ਨਾਭਾ ਸ਼ਹਿਰ ਨੂੰ ਹੈ ਤੇ ਮੇਰੇ ਖੱਬੇ ਪਾਸੇ ਠੀਕ 3 ਕਿਲੋਮੀਟਰ ਦਾ ਡਿਸਟੈਂਸ ਜਿਹੜਾ ਹੈਗਾ ਮਲੇਰਕੋਟਲਾ ਸ਼ਹਿਰ ਨੂੰ ਪੈਂਦਾ ਵਾ ਤੇ ਠੀਕ ਇਸ ਪੁਆਇੰਟ ਤੇ ਹੀ ਜਿੱਥੇ ਮਾਰਕਿੰਗ ਹੋਈ ਹੈ ਮਲੇਰਕੋਟਲਾ 3 ਕਿਲੋਮੀਟਰ ਲਿਖਿਆ ਹੋਇਆ ਵਾ, ਇਹ ਸੈਂਟਰ ਪੁਆਇੰਟ ਹੈ। ਇਸ ਜਗ੍ਹਾ ਤੋਂ ਹੀ ਜਿਹੜਾ ਹੈਗਾ ਕਟਰਾ ਦਿੱਲੀ ਐਕਸਪ੍ਰੈਸ ਹਾਈਵੇ ਨਾਭਾ ਮਲੇਰਕੋਟਲਾ ਰੋਡ ਨੂੰ ਕ੍ਰੋਸ ਕਰੇਗਾ ਵਾਇਆ ਫਲਾਈਓਵਰ ਦੇ ਜ਼ਰੀਏ। ਇਹ ਏਰੀਆ ਜਿਹੜਾ ਹੈਗਾ ਪਿੰਡ ਬੀੜ ਅਹਿਮਦਾਬਾਦ ਦਾ ਏਰੀਆ ਪੈਂਦਾ ਵਾ ਤੇ ਇਸ ਪੁਆਇੰਟ ਤੋਂ ਹੀ ਨਾਭਾ ਮਲੇਰਕੋਟਲਾ ਰੋਡ ਨੂੰ ਕ੍ਰੋਸ ਕਰੇਗਾ ਐਕਸਪ੍ਰੈਸ ਹਾਈਵੇ। ਸਾਡੀ ਇਸ ਸਪੈਸ਼ਲ ਰਿਪੋਰਟ ਦੇ ਵਿੱਚ ਅਸੀਂ ਤੁਹਾਨੂੰ ਉਹ ਰਸਤਾ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਹਾਲੇ ਬਣਿਆ ਹੀ ਨਹੀਂ ਹੈ। ਇਸ ਲਈ ਪ੍ਰਸ਼ਾਸਨ ਇਸ ਨੂੰ ਲੈ ਕੇ ਕਿਵੇਂ ਕੰਮ ਕਰ ਰਿਹਾ ਹੈ ਇਹ ਖੁਦ ਆਮ ਲੋਕ ਦੱਸ ਰਹੇ ਨੇ। ਸਰ ਹਜੇ ਤਾਂ ਨੋਟ ਇਹ ਗੱਲਾਂ ਕਰਕੇ ਗਏ ਨੇ ਵੀ ਤੁਸੀਂ ਕੌਣ ਰਹਿ ਰਹੇ ਹੋ, ਕਿੰਨੇ ਜਾਣੇ ਰਹਿ ਰਹੇ ਹੋ ਪਰਿਵਾਰ ਦੇ ਵਿੱਚ, ਕੀ ਤੁਹਾਡਾ ਕੰਮਕਾਰ ਆ, ਪਿੱਛੇ ਜਿਨ੍ਹਾਂ ਦੀਆਂ ਜ਼ਮੀਨਾਂ ਆ ਰਹੀਆਂ ਨੇ, ਘਰ ਆ ਰਹੇ ਨੇ, ਉਹਨਾਂ ਦਾ ਸਾਰਾ ਨੋਟ ਕਰਕੇ ਲੈ ਗਏ ਜੀ। ਬੁਰਜਾਂ ਇੱਧਰ ਆਪਣੇ ਮਕਾਨ ਤੋਂ ਥੋੜ੍ਹੀਆਂ ਬਾਹਰ ਨੇ, ਦੂਸਰੀ ਸਾਈਡ ਉੱਧਰਲੇ ਪਾਸੇ ਨੇ, ਇਹ ਘੱਟੋ ਘੱਟ 300 ਫੁੱਟ ਦੇ ਕਰੀਬ ਲਾ ਗਏ ਜੀ। ਇਹ ਸਾਡੇ ਆਪਣੇ ਘਰ ਦੇ ਉੱਪਰ ਤੇ ਨਿਕਲਣਾ ਜੀ। ਮਿੱਟੀ ਵਗੈਰਾ ਵੀ ਚੈੱਕ ਕਰਕੇ ਲੈ ਗਏ ਆ ਜੀ, ਜਿੱਥੇ ਪੁਲ ਵਗੈਰਾ ਲਾਉਣੇ ਨੇ ਉਹਨਾਂ ਨੇ। ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਨਿਕਲਣ ਦੇ ਬਾਅਦ ਜ਼ਿਲ੍ਹਾ ਲੁਧਿਆਣਾ ਦੇ ਇੱਕ ਵੱਡੇ ਹਿੱਸੇ ਨੂੰ ਦਿੱਲੀ ਅੰਮ੍ਰਿਤਸਰ ਕਟਰਾ ਐਕਸਪ੍ਰੈਸਵੇ ਕਵਰ ਕਰਨ ਜਾ ਰਹੀ ਹੈ। ਮਸ਼ਹੂਰ ਪਿੰਡ ਛਪਾਰ ਚੋਂ ਨਿਕਲਦਿਆਂ ਇਹ ਐਕਸਪ੍ਰੈਸਵੇ ਅੱਗੇ ਵੱਲ ਵਧੇਗਾ, ਜਿਸ ਦੇ ਨਾਲ ਇੱਥੇ ਆਸ-ਪਾਸ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਇੱਕ ਵੱਡਾ ਫਾਇਦਾ ਜ਼ਰੂਰ ਹੋਏਗਾ। ਪਟਿਆਲਾ ਅਤੇ ਸੰਗਰੂਰ ਡਿਸਟ੍ਰਿਕਟ ਦੇ ਕਈ ਪਿੰਡਾਂ ਤੋਂ ਹੁੰਦਾ ਹੋਇਆ ਦਿੱਲੀ ਕਟਰਾ ਐਕਸਪ੍ਰੈਸ ਹਾਈਵੇ ਲੁਧਿਆਣਾ ਦੇ ਵਿੱਚ ਪਿੰਡ ਛਪਾਰ ਤੋਂ ਐਂਟਰ ਕਰੇਗਾ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ। ਇਸ ਸਮੇਂ ਅਸੀਂ ਰਾਏਕੋਟ ਅਹਿਮਦਗੜ੍ਹ ਰੋਡ ਤੇ ਖੜੇ ਹਾਂ, ਜਿੱਥੋਂ ਦੀ ਕ੍ਰੋਸ ਕਰਕੇ ਜਿਹੜਾ ਐਕਸਪ੍ਰੈਸ ਹਾਈਵੇ ਹੈ ਪਿੰਡ ਛਪਾਰ ਤੋਂ ਲੁਧਿਆਣਾ ਦੀ ਹੱਦ ਦੇ ਵਿੱਚ ਐਂਟਰ ਕਰੇਗਾ ਤੇ ਮਾਰਕਿੰਗ ਕੀਤੀ ਗਈ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਝੰਡੀਆਂ ਲੱਗੀਆਂ ਹੋਈਆਂ ਖੇਤਾਂ ਦੇ ਵਿੱਚ, ਜਿਸ ਨੂੰ ਐਕਸਪ੍ਰੈਸ ਹਾਈਵੇ ਵਾਸਤੇ ਜ਼ਮੀਨ ਐਕਵਾਇਰ ਕਰਨ ਵਾਸਤੇ ਮਾਰਕਿੰਗ ਦਾ ਕੰਮ ਲਗਾਤਾਰ ਚੱਲ ਰਿਹਾ ਵਾ ਤੇ ਛਪਾਰ ਤੋਂ ਅਗਲੇ ਪਿੰਡਾਂ ਦੇ ਵਿੱਚ ਧੂਰਕੋਟ, ਗੁੱਜਰਵਾਲ ਅਤੇ ਰੰਗੋਵਾਲ ਦੇ ਰਾਹੀਂ ਅੱਗੇ ਲੁਧਿਆਣਾ ਵੱਲ ਨੂੰ ਐਕਸਪ੍ਰੈਸ ਹਾਈਵੇ ਵਧੂਗਾ। ਐਕਸਪ੍ਰੈਸਵੇ ਬਣਨ ਤੋਂ ਬਾਅਦ ਲੁਧਿਆਣਾ ਦੇ ਲੋਕਾਂ ਲਈ ਦਿੱਲੀ, ਅੰਮ੍ਰਿਤਸਰ ਜਾਂ ਫਿਰ ਕਟੜਾ ਤੱਕ ਦਾ ਸਫ਼ਰ ਬਹੁਤ ਛੋਟਾ ਹੋਣ ਵਾਲਾ ਹੈ। ਦਾਖਾ 'ਚ ਰੱਖੇ ਐਕਸਪ੍ਰੈਸਵੇ ਦਾ ਐਂਟਰੀ ਐਗਜ਼ਿਟ ਲੁਧਿਆਣਾ ਦੇ ਲੋਕਾਂ ਦੇ ਨਾਲ-ਨਾਲ ਜਗਰਾਉਂ ਤੇ ਮੋਗਾ ਦੇ ਲੋਕਾਂ ਨੂੰ ਵੀ ਵੱਡੀ ਸਹੂਲਤ ਦੇਗਾ। ਇਸ ਵੇਲੇ ਅਸੀਂ ਖੜੇ ਹਾਂ ਲੁਧਿਆਣਾ ਤੋਂ ਤਕਰੀਬਨ 18 ਕਿਲੋਮੀਟਰ ਦੂਰ, ਜਿੱਥੇ ਕਿ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਬਣਨ ਜਾ ਰਿਹਾ। ਅਗਰ ਗੱਲ ਕੀਤੀ ਜਾਵੇ ਲੈਫਟ ਸਾਈਡ ਦੀ, ਅਗਰ ਕੋਈ ਮੁੱਲਾਪੁਰ ਦਾਖਾ ਤੋਂ ਜਗਰਾਉਂ ਤੋਂ ਹੁੰਦਾ ਹੋਇਆ ਅਗਰ ਦਿੱਲੀ ਕਿਸੇ ਨੇ ਜਾਣਾ ਹੁੰਦਾ ਸੀ ਤਾਂ ਸਭ ਤੋਂ ਪਹਿਲੇ ਵਾਇਆ ਲੁਧਿਆਣਾ ਹੋ ਕੇ ਜਾਣਾ ਪੈਂਦਾ ਸੀ। ਲੇਕਿਨ ਇਸ ਜਗ੍ਹਾ ਤੇ ਜਿੱਥੇ ਅਸੀਂ ਖੜੇ ਹਾਂ ਇੱਥੇ ਜੰਕਸ਼ਨ ਬਣਾਇਆ ਜਾਏਗਾ ਔਰ ਜੰਕਸ਼ਨ ਤੋਂ ਅਗਰ ਗੱਲ ਕੀਤੀ ਜਾਵੇ ਤਾਂ ਇਸ ਤਰਫ ਤੋਂ ਜਿੰਨੇ ਵੀ ਯਾਤਰੀ ਆਉਣਗੇ ਔਰ ਰਾਈਟ ਸਾਈਡ ਤੋਂ ਹੁੰਦੇ ਹੋਏ ਹੁਸੈਨਪੁਰਾ, ਪਮਾਲ, ਪਮਾਲੀ ਜਿਹੜੇ ਵੱਖ-ਵੱਖ ਪਿੰਡ ਲੱਗਦੇ ਨੇ ਸੰਗਰੂਰ, ਪਾਤੜਾ ਵਾਇਆ ਦਿੱਲੀ ਉਹ ਪਹੁੰਚਣਗੇ, ਉਹਨਾਂ ਦਾ ਸਮੇਂ ਵੀ ਕਾਫੀ ਬਚ ਜਾਏਗਾ। ਔਰ ਅਗਰ ਗੱਲ ਕੀਤੀ ਜਾਵੇ ਮੇਰੇ ਲੈਫਟ ਸਾਈਡ ਤੇ ਜਿੱਥੇ ਕਿ ਇਹ ਪਿੰਡਾਂ ਦੀਆਂ ਜੂਹਾਂ ਨੂੰ ਟੱਪਦੇ ਹੋਏ ਫਲੋਰ ਜਲੰਧਰ ਅੰਮ੍ਰਿਤਸਰ ਵਾਇਆ ਕਟੜਾ ਦੇ ਨਾਲ ਉਹ ਕਨੈਕਟ ਹੋਏਗਾ। ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਕਾਫੀ ਫਾਇਦਾ ਹੋਏਗਾ। ਜਿਹੜਾ ਐਕਸਪ੍ਰੈਸ ਵੇ ਬਣਨ ਜਾ ਰਿਹਾ ਦਿੱਲੀ ਅੰਮ੍ਰਿਤਸਰ ਕਟੜਾ। ਲੁਧਿਆਣਾ ਤੋਂ ਬਾਅਦ ਸਤਲੁਜ ਦਰਿਆ ਤੇ ਬੁੱਢੇ ਨਾਲੇ ਨੂੰ ਪਾਰ ਕਰ ਫਲੋਰ ਹਲਕੇ ਦੇ ਪਿੰਡ ਸੁਧਾਰਾ ਤੋਂ ਇਹ ਐਕਸਪ੍ਰੈਸਵੇ ਜਲੰਧਰ ਹਲਕੇ ਦੇ ਵਿੱਚ ਦਾਖਲ ਹੋਵੇਗਾ।
ਇਸ ਸਮੇਂ ਅਸੀਂ ਫਲੋਰ ਦੇ ਪਿੰਡ ਸਿਧਾਰਾ ਦੇ ਵਿੱਚ ਖੜੇ ਹਾਂ ਔਰ ਤਸਵੀਰਾਂ ਦਿਖਾਣਾ ਚਾਹੂੰਗਾ ਕਿ ਜਿਹੜਾ ਤੁਹਾਨੂੰ ਇੱਥੇ ਹੱਦ ਦਿਖ ਰਹੀ ਹੈ ਉਹ ਸਤਲੁਜ ਦਰਿਆ ਦੀ ਹੈ ਔਰ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਬੁੱਢਾ ਦਰਿਆ ਹੈ। ਇਹਨਾਂ ਦੋਨਾਂ ਦੇ ਉੱਪਰ ਪੁਲ ਬਣਾਏ ਜਾਣਗੇ, ਜਿਹੜਾ ਦਿੱਲੀ ਕਟਰਾ ਐਕਸਪ੍ਰੈਸਵੇ ਬਣਾਇਆ ਜਾ ਰਿਹਾ। ਔਰ ਦੂਸਰੇ ਪਾਸੇ ਅਗਰ ਲੁਧਿਆਣਾ ਤੋਂ ਗੱਲ ਕੀਤੀ ਜਾਵੇ ਔਰ ਇੱਧਰ ਸੁਧਾਰਾ ਹੁੰਦੇ ਹੋਏ ਰਾਈਟ ਸਾਈਡ ਤੇ ਮੇਰੇ ਜਿਹੜੇ ਵਿਲੇਜ ਪੈ ਰਹੇ ਨੇ, ਦਿਖਾਣਾ ਚਾਹੂੰਗਾ ਤੁਹਾਨੂੰ ਤਸਵੀਰਾਂ ਦੇ ਵਿੱਚ ਕਿ ਪਹਿਲੇ ਸੁਧਾਰਾ, ਉਸ ਤੋਂ ਬਾਅਦ ਫਿਰ ਤਲਵਾਨ, ਫਿਰ ਸ਼ੇਰਪੁਰ ਤੋਂ ਬਾਅਦ ਫਿਰ ਜਲੰਧਰ ਡਿਸਟ੍ਰਿਕਟ, ਜਲੰਧਰ ਵਾਇਆ ਅੰਮ੍ਰਿਤਸਰ ਔਰ ਅੰਮ੍ਰਿਤਸਰ ਤੋਂ ਇਹ ਕਟਰਾ ਤੱਕ ਕਨੈਕਟ ਹੋਏਗਾ, ਜਿਹੜਾ ਦਿੱਲੀ ਕਟਰਾ ਐਕਸਪ੍ਰੈਸਵੇ ਬਣਾਇਆ ਜਾ ਰਿਹਾ ਹੈ। ਅੱਗੇ ਵਧਦੇ ਹੋਏ ਇਸ ਐਕਸਪ੍ਰੈਸਵੇ ਦਾ ਪਿੰਡ ਉੱਪਲ ਖਾਲਸਾ ਦੇ ਵਿੱਚ ਐਂਟਰੀ ਐਗਜ਼ਿਟ ਪੁਆਇੰਟ ਰੱਖਿਆ ਗਿਆ ਹੈ, ਜਿੱਥੋਂ ਨਕੋਦਰ ਜਾਂ ਫਿਰ ਫਗਵਾੜਾ ਤੋਂ ਦਿੱਲੀ ਆਉਣ ਜਾਣ ਵਾਲੇ ਲੋਕ ਘੱਟ ਸਮੇਂ ਦੇ ਵਿੱਚ ਸਫ਼ਰ ਤੈਅ ਕਰ ਸਕਦੇ ਨੇ। ਲੁਧਿਆਣੇ ਤੋਂ ਬਾਅਦ ਪਿੰਡਾਂ ਤੋਂ ਹੁੰਦਾ ਹੋਇਆ ਇਹ ਐਕਸਪ੍ਰੈਸਵੇ ਜਲੰਧਰ ਦੀ ਹੱਦ 'ਚ ਵੜੇਗਾ ਨਕੋਦਰ ਵੱਲ ਦੀ। ਜਿੱਦਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ, ਇਹ ਜਿਹੜਾ ਰਸਤਾ ਹੈ ਇਹ ਨਕੋਦਰ ਤੇ ਉਹ ਨੂਰ ਮਹਿਲ ਵੱਲ ਨੂੰ ਜਾਂਦਾ ਹੈ। ਤੇ ਜਿਸ ਪੁਆਇੰਟ ਤੇ ਅਸੀਂ ਖੜੇ ਹਾਂ, ਇਸ ਪੁਆਇੰਟ ਤੇ ਬਣਨਗੇ ਇਸ ਐਕਸਪ੍ਰੈਸਵੇ ਦੇ 2 ਐਗਜ਼ਿਟ ਪੁਆਇੰਟਸ, ਜਿੱਥੇ ਤੋਂ ਤੁਸੀਂ ਜਿਹੜਾ ਨਕੋਦਰ ਤੋਂ ਕੋਈ ਵੀ ਬੰਦਾ ਆਏਗਾ ਉਹ ਨਕੋਦਰ ਤੋਂ ਇਸ ਐਗਜ਼ਿਟ ਪੁਆਇੰਟ ਤੋਂ ਇਸ ਐਕਸਪ੍ਰੈਸਵੇ ਨੂੰ ਜੁਆਇਨ ਕਰ ਸਕਦਾ। ਤੇ ਜੇਕਰ ਕੋਈ ਇਨਸਾਨ ਫਗਵਾੜਾ ਤੋਂ ਵਾਇਆ ਨੂਰ ਮਹਿਲ ਹੁੰਦਾ ਹੋਇਆ ਦਿੱਲੀ ਜਾਣਾ ਚਾਹੁੰਦਾ ਜਾਂ ਫਿਰ ਅੰਮ੍ਰਿਤਸਰ ਜਾਂ ਕਟੜਾ ਜਾਣਾ ਚਾਹੁੰਦਾ ਹੋਏਗਾ, ਉਹ ਇਸ ਐਗਜ਼ਿਟ ਪੁਆਇੰਟ ਤੋਂ ਜਿਹੜਾ ਹੈ ਉਹ ਇਸ ਐਕਸਪ੍ਰੈਸਵੇ ਦੇ ਉੱਤੇ ਜੁਆਇਨ ਕਰ ਸਕਦਾ ਹੈ। ਸ਼ੰਕਰ, ਸਰਿੰਗ, ਬੋਪਰਾਈ ਕਲਾਂ ਸਮੇਤ ਕਈ ਪਿੰਡਾਂ ਨੂੰ ਕਵਰ ਕਰਦੇ ਹੋਏ ਇਹ ਐਕਸਪ੍ਰੈਸਵੇ ਕੰਗ ਸਾਬੂ ਪਹੁੰਚੇਗਾ, ਜੋ ਇਸ ਨਵੇਂ ਰਸਤੇ ਦਾ ਇੱਕ ਅਹਿਮ ਪੜਾਅ ਹੈ। ਇਸ ਥਾਂ ਤੋਂ ਇਹ ਐਕਸਪ੍ਰੈਸਵੇ 2 ਭਾਗਾਂ ਦੇ ਵਿੱਚ ਵੰਡ ਦਿੱਤਾ ਜਾਏਗਾ, ਜਿੱਥੋਂ ਇੱਕ ਪਾਸੇ ਇਹ ਅੰਮ੍ਰਿਤਸਰ ਵੱਲ ਨੂੰ ਜਾਏਗਾ ਅਤੇ ਦੂਜੇ ਪਾਸੋਂ ਗੁਰਦਾਸਪੁਰ ਵੱਲ ਹੁੰਦਾ ਹੋਇਆ ਸਿੱਧਾ ਕਟੜਾ ਤੱਕ। ਇੱਕ ਉੱਥੋਂ ਨਕੋਦਰ ਤੋਂ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਬਿਆਸ ਨੂੰ ਕ੍ਰੋਸ ਕਰੇਗਾ ਦਰਿਆ ਨੂੰ ਉੱਥੋਂ ਹੀ, ਔਰ ਖਡੂਰ ਸਾਹਿਬ, ਤਰਨਤਾਰਨ ਸਾਹਿਬ ਤੋਂ ਹੁੰਦਾ ਹੋਇਆ ਅੰਮ੍ਰਿਤਸਰ ਸਾਹਿਬ, ਜਿਹੜਾ NH-15 ਹੈ, ਨੈਸ਼ਨਲ ਹਾਈਵੇ 15 ਹੈ, ਜਿਹੜਾ ਮਾਨਾਵਾਲੇ ਤੋਂ ਤਰਨਤਾਰਨ ਬਠਿੰਡੇ ਨੂੰ ਨਵਾਂ ਬਣਿਆ, ਉੱਥੇ ਜਾ ਕੇ ਰਾਜੇਵਾਲ ਪਿੰਡ ਹੈ, ਉੱਥੇ ਟੱਚ ਕਰੇਗਾ। ਉੱਥੋਂ ਇਹ ਰਾਈਟ ਹੋ ਕੇ ਨਾਲ ਹੀ NH-1 ਉੱਥੋਂ 3-4 ਕਿਲੋਮੀਟਰ ਦੀ ਦੂਰੀ ਤੇ ਹੈ, ਜਿੱਥੇ IIM ਬਣ ਰਿਹਾ ਹੈ। ਉੱਥੋਂ ਇਹ ਬਾਹਰ ਦੀ ਹੋ ਕੇ ਫਿਰ ਬਾਹਰ ਇਹ ਮਾਨਾਵਾਲੇ ਤੋਂ ਹੁੰਦਾ ਹੋਇਆ, ਛੋਟੇ ਮਾਨਾਵਾਲੇ ਤੋਂ ਹੁੰਦਾ ਹੋਇਆ, ਨਬੀਪੁਰ ਦੇ ਲਾਗੋਂ ਦੀ, ਵੇਰਕੇ ਦੇ ਲਾਗੋਂ ਦੀ, ਅਗਾਂਹ ਫਿਰ ਬੱਲਾਂ ਦੇ ਲਾਗੋਂ ਦੀ ਹੁੰਦਾ ਹੋਇਆ ਇਹ ਏਅਰਪੋਰਟ ਤੇ ਮੀਰਾਕੋਟ ਦੇ ਲਾਗੋਂ ਦੀ ਹੁੰਦਾ ਆ। ਏਅਰਪੋਰਟ ਤੋਂ ਥੋੜਾ ਅੱਗੇ ਹਰਸ਼ੇ ਸ਼ੀਨੇ ਦੇ ਨਾਲ ਇਹ ਜਾ ਕੇ ਟੱਚ ਕਰ ਜਾਏਗਾ। ਔਰ ਉੱਥੋਂ ਇੱਕ ਰੋਡ ਨਿਕਲਦੀ ਹੈ ਜਿਹੜੀ ਏਅਰਪੋਰਟ ਦੇ ਉੱਪਰ ਦੀ ਹੋ ਕੇ ਖਾਸੇ ਥਾਣੀ ਹੋ ਕੇ ਔਰ ਬੋੜੂ ਪਿੰਡ ਹੈ ਉਧਰ ਦੀ ਹੋ ਕੇ ਮਹਿਮਾ ਪੰਡੋਰੀ ਥਾਣੀ ਹੋ ਕੇ ਉਹੀ ਜਿੱਥੇ ਪੁਆਇੰਟ ਤੇ ਜਾ ਕੇ ਮਿਲਦਾ ਹੈ ਦਿੱਲੀ ਵਾਲੇ ਬੰਨੇ ਤੋਂ, ਉਹ ਉੱਥੇ ਆ ਕੇ ਮਿਲ ਜੇਗੀ ਤੇ ਇੱਕ ਰਿੰਗ ਰੋਡ ਜਿਹੜਾ ਹੈ ਅੰਮ੍ਰਿਤਸਰ ਨੂੰ ਕੰਪਲੀਟ ਹੋ ਜਾਏਗਾ। ਖਾਸ ਕਰ ਪਰ ਜਿਹੜਾ ਐਕਸਪ੍ਰੈਸਵੇ ਦਾ ਰਿੰਗ ਰੋਡ ਹਿੱਸਾ ਨਹੀਂਗਾ, ਉਹ ਅਲੱਗ ਹੈ, ਇਹ ਅਲੱਗ ਹੈ। ਇਹ ਜਿਹੜਾ ਆ ਇਹ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਜਿਹੜਾ ਇਹ ਦੀ ਬਣਤਰ ਹੈ। ਇਸ ਵਿਚਾਲੇ ਕੰਗ ਸਾਬੂ ਪਿੰਡ ਇੱਕ ਅਜਿਹਾ ਪੁਆਇੰਟ ਹੋਏਗਾ ਜਿੱਥੋਂ ਜਲੰਧਰ ਦੇ ਲੋਕ ਸਭ ਤੋਂ ਨਜ਼ਦੀਕ ਇਸ ਐਕਸਪ੍ਰੈਸਵੇ ਤੇ ਚੜ੍ਹ ਸਕਣਗੇ। ਪਿੱਛੇ ਜਿਹੜਾ ਪਿੰਡ ਦਿਖਾਈ ਦੇ ਰਿਹਾ ਹੈ, ਇਸ ਦੇ ਨਾਲ ਪੈਂਦਾ ਪਿੰਡ ਕੰਗ ਸਾਬੂ ਹੈ। ਇਸ ਕੰਗ ਸਾਬੂ ਪਿੰਡ ਤੋਂ ਜਿਹੜਾ ਹੈ ਅੱਗੇ ਨੂੰ ਜਾਏਗਾ ਤੇ ਜਿਸ ਵੀ ਇਨਸਾਨ ਨੇ ਨਕੋਦਰ ਤੋਂ ਅੱਗੇ ਜੁਆਇਨ ਕਰਨਾ ਹੈ ਤੇ ਉਹ ਮੈਂ ਤੁਹਾਨੂੰ ਫੇਰ ਦੱਸਵਾਂ ਕਿ 12 ਕਿਲੋਮੀਟਰ ਦਾ ਡਿਸਟੈਂਸ ਕਵਰ ਕਰਕੇ ਇੱਥੇ ਪਹੁੰਚੇਗਾ ਤੇ ਇਸ ਐਕਸਪ੍ਰੈਸ ਹਾਈਵੇ ਨੂੰ ਜੁਆਇਨ ਕਰ ਪਾਏਗਾ। ਤੇ ਜੇਕਰ ਆਪਾਂ ਗੱਲ ਕਰੀਏ ਜਲੰਧਰ ਤੋਂ ਆਉਣ ਵਾਲੇ ਦੀ ਤੇ ਐਕਸਪ੍ਰੈਸ ਵੇ ਨੂੰ ਘੱਟੋ ਘੱਟ 14 ਕਿਲੋਮੀਟਰ ਜਿਹੜਾ ਡਿਸਟੈਂਸ ਹੈ ਉਹਨੂੰ ਕਵਰ ਕਰਨ ਤੋਂ ਬਾਅਦ ਇਸ ਐਕਸਪ੍ਰੈਸ ਵੇ ਨੂੰ ਜੁਆਇਨ ਕੀਤਾ ਜਾ ਸਕਦਾ ਇਸ ਐਗਜ਼ਿਟ ਪੁਆਇੰਟ ਦੇ ਉੱਤੋਂ। ਜਲੰਧਰ ਦੇ ਲੋਕਾਂ ਲਈ ਇੱਕ ਹੋਰ ਐਂਟਰੀ ਐਗਜ਼ਿਟ ਪੁਆਇੰਟ ਜਲੰਧਰ ਕਪੂਰਥਲਾ ਰੋਡ ਤੇ ਰੱਖਿਆ ਗਿਆ ਹੈ, ਜਿੱਥੋਂ ਦੋਹਾਂ ਜ਼ਿਲ੍ਹਿਆਂ ਦੇ ਲੋਕ ਦਿੱਲੀ, ਅੰਮ੍ਰਿਤਸਰ ਜਾਂ ਕਟੜਾ ਤੱਕ ਦਾ ਸਫ਼ਰ ਤੈਅ ਕਰ ਸਕਦੇ ਨੇ। ਇਹ ਜਿਹੜੀ ਸੜਕ ਹੈ ਇਹ ਕਪੂਰਥਲੇ ਤੋਂ ਜਲੰਧਰ ਵੱਲ ਨੂੰ ਜਾ ਰਹੀ ਹੈ। ਤੇ ਜੇਕਰ ਗੱਲ ਕਰੀਏ ਐਕਸਪ੍ਰੈਸ ਵੇ ਤੇ ਇਸ ਐਗਜ਼ਿਟ ਪੁਆਇੰਟ ਦੀ, ਤਾਂ ਇਸ ਐਗਜ਼ਿਟ ਪੁਆਇੰਟ ਤੇ ਆਉਣ ਦੇ ਲਈ ਕਪੂਰਥਲੇ ਤੋਂ ਲਗਭਗ 9 ਕਿਲੋਮੀਟਰ ਦਾ ਜਿਹੜਾ ਸਫ਼ਰ ਹੈ ਉਹ ਕਵਰ ਕਰਨਾ ਪਏਗਾ, ਜਿਸ ਤੋਂ ਬਾਅਦ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਇਸ ਐਗਜ਼ਿਟ ਪੁਆਇੰਟ ਤੇ ਆ ਕੇ ਇਸ ਐਕਸਪ੍ਰੈਸ ਵੇ ਦੇ ਉੱਤੇ ਜੁਆਇਨ ਕਰ ਪਾਏਗਾ। ਤੇ ਜੇਕਰ ਗੱਲ ਕੀਤੀ ਜਾਵੇ ਇਸ ਦੂਸਰੀ ਸੜਕ ਦੀ, ਤਾਂ ਦੂਸਰੀ ਸੜਕ ਤੇ ਉਹ ਜਲੰਧਰ ਤੋਂ ਕਪੂਰਥਲੇ ਵੱਲ ਨੂੰ ਜਾਂਦੀ ਹੈ, ਜਿੱਥੋਂ ਕਿ ਜੇਕਰ ਗੱਲ ਕਰੀਏ ਜਲੰਧਰ ਸ਼ਹਿਰ ਤੋਂ
ਜਦੋਂ ਕੋਈ ਵੀ ਇਨਸਾਨ ਇਸ ਐਕਸਪ੍ਰੈਸ ਵੇ ਦੇ ਉੱਤੇ ਆ ਕੇ ਇਸ ਐਗਜ਼ਿਟ ਪੁਆਇੰਟ ਦੇ ਉੱਤੇ ਐਂਟਰ ਕਰੇਗਾ ਤੇ ਉਹ ਐਗਜ਼ਿਟ ਪੁਆਇੰਟ ਤੋਂ ਲਗਭਗ 10 ਕਿਲੋਮੀਟਰ ਸ਼ਹਿਰ ਤੋਂ ਦੂਰ ਹੋਏਗਾ ਤੇ ਜਿਹੜੇ ਜਲੰਧਰ ਵੈਸਟ ਦੇ ਲੋਕ ਨੇ ਉਹਨਾਂ ਨੂੰ ਜਿਹੜੀ ਕਾਫੀ ਸਹੂਲੀਅਤ ਹੋਏਗੀ, ਕਿਉਂਕਿ ਜਲੰਧਰ ਵੈਸਟ ਜਿਹੜਾ ਇਲਾਕਾ ਇਸ ਤੋਂ ਕਾਫੀ ਨਜ਼ਦੀਕ ਪੈਂਦਾ ਹੈ। ਕਪੂਰਥਲਾ ਦੇ ਕਈ ਪਿੰਡਾਂ 'ਚੋਂ ਨਵਾਂ ਰਸਤਾ ਬਣਾ ਇਹ ਐਕਸਪ੍ਰੈਸਵੇ ਪਹਿਲੀ ਵਾਰ ਪੰਜਾਬ ਦੇ ਵਿੱਚ ਮਸ਼ਹੂਰ ਦਿੱਲੀ ਅੰਮ੍ਰਿਤਸਰ NH1 ਤੇ ਦਿਆਲਪੁਰ 'ਚ ਜਾ ਕੇ ਟਕਰਾਏਗਾ, ਜਿੱਥੇ ਬਿਆਸ ਤੇ ਕਰਤਾਰਪੁਰ ਦੇ ਲੋਕ ਇਸ ਐਕਸਪ੍ਰੈਸਵੇ ਤੇ ਚੜ੍ਹ ਸਕਣਗੇ। ਜੇਕਰ ਕੋਈ ਦਿੱਲੀ ਤੋਂ ਬਿਆਸ ਆਉਣਾ ਚਾਹੁੰਦਾ ਹੈ ਜਾਂ ਫਿਰ ਕਰਤਾਰਪੁਰ ਆਉਣਾ ਚਾਹੁੰਦਾ ਹੈ ਤੇ ਉਹ ਇਸ ਜਗ੍ਹਾ ਦੇ ਉੱਤੋਂ ਐਂਟਰੀ ਜਾਂ ਐਗਜ਼ਿਟ ਲੈ ਸਕਦਾ ਹੈ, ਕਿਉਂਕਿ ਇਸ ਪੁਆਇੰਟ ਨੂੰ ਦਿਆਲਪੁਰ ਦੇ ਨੇੜੇ ਲੱਗਦੇ ਆ, ਜਿਹੜਾ SP ਦੇ ਪੈਟਰੋਲ ਪੰਪ ਦੇ ਬਿਲਕੁਲ ਨੇੜੇ ਲੱਗਦੇ ਆ ਪੁਆਇੰਟ ਹੋਏਗਾ, ਉਸ ਜਗ੍ਹਾ ਨੂੰ ਉਹ ਐਂਟਰੀ ਤੇ ਐਗਜ਼ਿਟ ਪੁਆਇੰਟ ਦੇ ਤੌਰ ਤੇ ਯੂਜ਼ ਕਰ ਸਕਦੇ ਨੇ। ਜਿਹੜੇ ਲੋਕ ਬਿਆਸ ਤੋਂ ਦਿੱਲੀ ਜਾਣਾ ਚਾਹੁੰਦੇ ਨੇ, ਬਿਆਸ ਤੋਂ ਅੰਮ੍ਰਿਤਸਰ ਜਾਣਾ ਚਾਹੁੰਦੇ ਨੇ, ਕਰਤਾਰਪੁਰ ਤੋਂ ਅੰਮ੍ਰਿਤਸਰ ਜਾਣਾ ਚਾਹੁੰਦੇ ਨੇ ਜਾਂ ਕਰਤਾਰਪੁਰ ਤੋਂ ਦਿੱਲੀ ਜਾਣਾ ਚਾਹੁੰਦੇ ਨੇ, ਉਹ ਇਸ ਐਕਸਪ੍ਰੈਸ ਵੇ ਦੇ ਉੱਤੇ ਐਂਟਰੀ ਪੁਆਇੰਟ ਨੂੰ ਯੂਜ਼ ਕਰ ਸਕਦੇ ਨੇ, ਜੋ ਕਿ ਇਸ ਜਗ੍ਹਾ ਤੇ ਹੋਏਗਾ ਬਿਲਕੁਲ ਜਿੱਥੇ ਇਸ ਵੇਲੇ ਅਸੀਂ ਮੌਜੂਦ ਹਾਂ। ਤੇ ਜੇਕਰ ਕੋਈ ਲੋਕ ਦਿੱਲੀ ਤੋਂ ਆ ਰਹੇ ਨੇ, ਅੰਮ੍ਰਿਤਸਰ ਤੋਂ ਆ ਰਹੇ ਨੇ, ਤੇ ਉਹ ਬਿਆਸ ਤੇ ਕਰਤਾਰਪੁਰ ਇਸ ਜਗ੍ਹਾ ਤੋਂ ਐਗਜ਼ਿਟ ਲੈ ਸਕਦੇ ਨੇ ਐਕਸਪ੍ਰੈਸ ਵੇ ਦੇ ਉੱਤੋਂ। ਜਲੰਧਰ ਤੋਂ ਕਟੜਾ ਵੱਲ ਵੱਧ ਰਿਹਾ ਇਹ ਐਕਸਪ੍ਰੈਸਵੇ ਦਾ ਸਫ਼ਰ ਅੱਗੇ ਵੀ ਤੁਹਾਨੂੰ ਦੱਸਦੇ ਰਹਾਂਗੇ, ਪਰ ਪਹਿਲਾਂ ਜ਼ਰਾ ਤੁਹਾਨੂੰ ਨਕੋਦਰ ਤੋਂ ਅਲੱਗ ਹੋਇਆ ਇਹ ਐਕਸਪ੍ਰੈਸਵੇ ਅੰਮ੍ਰਿਤਸਰ 'ਚ ਕਿਵੇਂ ਐਂਟਰ ਕਰੇਗਾ ਉਹ ਦੱਸ ਦਿੰਦੇ ਹਾਂ। ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਨਕੋਦਰ ਤੋਂ ਦੋ ਸੈਕਸ਼ਨ ਵਿੱਚ ਡਿਵਾਈਡ ਹੋਣਾ ਹੈ। ਨਕੋਦਰ ਤੋਂ ਸੁਲਤਾਨਪੁਰ ਲੋਧੀ ਤੇ ਉਸ ਤੋਂ ਬਾਅਦ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਤਰਨਤਾਰਨ ਤੋਂ ਹੁੰਦਾ ਹੋਇਆ ਇਹ ਐਕਸਪ੍ਰੈਸਵੇ ਅੰਮ੍ਰਿਤਸਰ ਵਿਖੇ ਆਉਣ ਮਿਲੇਗਾ। ਅੰਮ੍ਰਿਤਸਰ ਦੇ ਰਾਜੇਵਾਲ ਪਿੰਡ ਤੋਂ ਮਾਨਾਵਾਲਾ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਨੇੜੇ ਇਹ ਆਉਣ ਮਿਲੇਗਾ ਤੇ ਉਸ ਤੋਂ ਬਾਅਦ ਮੁੱਦਲ ਤੋਂ ਹੁੰਦਾ ਹੋਇਆ ਰਾਜਾ ਸਾਂਸੀ ਤੋਂ ਕਰੀਬ 4-5 ਕਿਲੋਮੀਟਰ ਅੱਗੇ ਹਰਸ਼ਾ ਸ਼ੀਨਾ ਵਿਖੇ ਐਕਸਪ੍ਰੈਸਵੇ ਉਤਰੇਗਾ। ਇਸੇ ਤਰ੍ਹਾਂ ਦਿਆਲਪੁਰ ਦੇ ਵਿੱਚ ਐਕਸਪ੍ਰੈਸਵੇ ਦਾ ਇੱਕ ਹਿੱਸਾ ਪੁਲਾਥ ਹਲਕੇ ਦੇ ਕਈ ਪਿੰਡਾਂ ਤੋਂ ਹੁੰਦਾ ਹੋਇਆ ਮਹਿਤਾ ਚੌਂਕ ਦੇ ਕੋਲ ਅੰਮ੍ਰਿਤਸਰ ਸ਼੍ਰੀ ਹਰਗੋਬਿੰਦਪੁਰ ਰੋਡ ਤੇ ਟਕਰਾਏਗਾ। ਇਹ ਐਕਸਪ੍ਰੈਸਵੇ ਬਟਾਲਾ ਦੇ ਕਈ ਇਲਾਕਿਆਂ ਤੋਂ ਲੰਘਦਾ ਹੋਇਆ ਗੁਰਦਾਸਪੁਰ 'ਚ ਅੰਮ੍ਰਿਤਸਰ ਪਠਾਨਕੋਟ ਹਾਈਵੇ ਦੇ ਨਾਲ ਜਾ ਮਿਲੇਗਾ, ਜਿੱਥੋਂ ਕਟੜਾ ਲਈ ਇਸੇ ਹਾਈਵੇ ਨੂੰ ਐਕਸਪ੍ਰੈਸਵੇ ਦੇ ਵਿੱਚ ਤਬਦੀਲ ਕਰ ਦਿੱਤਾ ਜਾਏਗਾ। ਗੁਰਦਾਸਪੁਰ ਪਠਾਨਕੋਟ ਦੇ ਹਾਈਵੇ ਦੇ ਨੇੜੇ ਆ ਮਿਲੇਗਾ। ਤੁਹਾਨੂੰ ਲੋਕੇਸ਼ਨ ਦਿਖਾਣਾ ਚਾਹਾਂਗਾ। ਲੁੱਕ ਪਲਾਂਟ ਦੇ ਕੋਲ ਬਿਲਕੁਲ ਸ਼੍ਰੀ ਹਰਗੋਬਿੰਦਪੁਰ ਤੋਂ ਇਹ ਐਕਸਪ੍ਰੈਸਵੇ ਇੱਥੇ ਗੁਰਦਾਸਪੁਰ ਪਠਾਨਕੋਟ ਹਾਈਵੇ ਦੇ ਨੇੜੇ ਆਉਣ ਮਿਲੇਗਾ ਔਰ ਇਸ ਐਕਸਪ੍ਰੈਸਵੇ ਦੇ ਨਿਰਮਾਣ ਤੋਂ ਬਾਅਦ ਲੋਕਾਂ ਦੀ ਰਾਹ ਕਾਫੀ ਆਸਾਨ ਹੋ ਜਾਏਗੀ, ਕਿਉਂਕਿ ਲੋਕ ਦਿੱਲੀ ਤੋਂ ਅੰਮ੍ਰਿਤਸਰ 4 ਘੰਟੇ ਦੇ ਵਿੱਚ ਤੇ ਦਿੱਲੀ ਤੋਂ ਹੀ ਕਟਰੇ 6 ਘੰਟੇ ਦੇ ਵਿੱਚ ਪਹੁੰਚ ਸਕਣਗੇ। ਇਸ ਨਵੇਂ ਰਸਤੇ ਦੇ ਨਾਲ ਸਿਰਫ ਅੰਮ੍ਰਿਤਸਰ, ਦਿੱਲੀ, ਕਟਰਾ ਆਉਣ ਜਾਣ ਵਾਲਿਆਂ ਨੂੰ ਹੀ ਫਾਇਦਾ ਨਹੀਂ ਹੋਵੇਗਾ, ਬਲਕਿ ਪੰਜਾਬ ਦੇ ਜ਼ਿਲ੍ਹਿਆਂ 'ਚ ਵੀ ਸਫ਼ਰ ਕਰਨਾ ਸੌਖਾ ਹੋ ਜਾਵੇਗਾ। ਫਿਲਹਾਲ ਕੇਂਦਰ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦਾ ਟੀਚਾ 3 ਸਾਲ ਰੱਖਿਆ ਹੈ। ਕੈਮਰਾਮੈਨ ਪਵਨ ਦੇ ਨਾਲ ਰਮਨਸ਼ੂ ਗਾਬਾ, ਦੈਨਿਕ ਸਵੇਰਾ TV।